ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਅੱਜ ਸੁਖਮਨੀ ਸਾਹਿਬ ਦੇ 15ਵੇਂ ਸਲੋਕ ਅਤੇ 15ਵੀਂ ਅਸ਼ਟਪਦੀ ਦੀ ਵਾਰੀ ਹੈ ਜੀ। ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ। ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣਨਹਾਰ, ਜਾ ਕੇ ਸਿਮਰਨ ਉਦਰੀਏ ਨਾਨਕ ਤਿਸ ਬਲਹਾਰ। ਅਸ਼ਟਪਦੀ। ਟੂਟੀ ਗਾਂਡਨ ਹਾਰ ਗੋਪਾਲ, ਸਰਬ ਜੀਆ ਆਪੇ ਪ੍ਰਿਤਪਾਲ। ਸਭ ਕੀ ਚਿੰਤਾ ਜਿਸ ਮਨ ਮਾਏ, ਤਿਸ ਤੇ ਬਿਰਥਾ ਕੋਈ ਨਾਏ। ਰੇ ਮਨ ਮੇਰੇ ਸਦਾ ਹਰ ਜਾਪ, ਅਬਨਾਸੀ ਪ੍ਰਭ ਆਪੇ ਆਪ। ਆਪਨ ਕੀਆ ਕੁਛ ਨ ਹੋਏ, ਜੇ ਸੋ ਪ੍ਰਾਣੀ ਲੋਚੇ ਕੋਏ। ਤਿਸ ਬਿਨ ਨਾਹੀ ਤੇਰੇ ਕੁਛ ਕਾਮ, ਗਤ ਨਾਨਕ ਜਪ ਏਕ ਹਰ ਨਾਮ। ਰੂਪਵੰਤ ਹੋ ਨਾਹੀ ਰੂਪਵੰਤ ਹੋਏ ਨਾਹੀ ਮੋਹੇ, ਪ੍ਰਭ ਕੀ ਜਗ ਜੋਤ ਸਗਲ ਘਟ ਸੋਹੇ। ਧਨਵੰਤਾ ਹੋਏ ਕਿਆ ਕਹੋ ਗਰਬੇ, ਜਾ ਸਭ ਕੁਛ ਕਿਸ ਕੁਛ ਤਿਸ ਕਾ ਦੀਆ ਦਰਬੇ। ਅਤਸੂ ਰਾਜੇ ਕਹੂ ਕਹਾਵੇ, ਪ੍ਰਭ ਕੀ ਕਲਾ ਬਿਨਾ ਕਹਿ ਤਾਵੇ। ਜੇ ਕੋ ਹੋਏ ਬਹਿ ਦਾਤਾਰ, ਤਿਸ ਦੇਨ ਹਾਰ ਜਾਣੇਗਾ ਵਾਰ। ਜਿਸ ਗੁਰ ਪ੍ਰਸਾਦ ਟੁਟੇ ਹੋ ਰੋਗ, ਨਾਨਕ ਸੋ ਜਨ ਸਦਾ ਰੋਗ। ਜਿਉ ਮੰਦਰ ਕਿਉ ਥਾਮੇ ਥਮਨ, ਤਿਉ ਗੁਰੂ ਕਾ ਸ਼ਬਦ ਮਨਿ ਅਸਥਮਨ। ਜਿਉ ਪਖਾਣ ਨਾਵ ਚੜ੍ਹ ਤਰੇ, ਪ੍ਰਾਣੀ ਗੁਰ ਚਰਨ ਲਗਤ ਨਿਸਤਰੇ। ਜਿਉ ਅੰਧਕਾਰ ਦੀਪਕ ਪ੍ਰਗਾਸ, ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ। ਜਿਉ ਮਹਾ ਉਦਿਆਨ ਮੈਂ ਮਾਰਗ ਪਾਵੈ, ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ। ਤਿਨ ਸੰਤਨ ਕੀ ਬਾਛਿਓ ਧੂਰ, ਨਾਨਕ ਕੀ ਹਰ ਲੋਚਾ ਪੂਰ। ਮਨ ਮੂਰਖਾ ਹੈ ਬਿਲ ਲਾਈਏ, ਪੂਰਬ ਲਿਖੇ ਕਾ ਲਿਖਿਆ ਪਾਈਏ। ਦੁਖ ਸੁਖ ਪ੍ਰਭ ਦੇ ਵਣਹਾਰ, ਅਵਰ ਤਿਆਗ ਤੂ ਤਿਸੇ ਚਿਤਾਰ। ਜੋ ਕੁਛ ਕਰੇ ਸੋਈ ਸੁਖਮਾਨ, ਭੂਲਾ ਕਾਹੇ ਫਿਰੇ ਅਜਾਨ। ਕੌਣ ਬਸਤ ਆਈ ਤੇਰੇ ਸੰਗ, ਲਪਟ ਰਿਓ ਰਸ ਲੋਭੀ ਪਤੰਗ। ਰਾਮ ਨਾਮ ਜਪ ਹਿਰਦੈ ਮੈਂ, ਨਾਨਕ ਪਾਸੇ ਧੀ ਕਰ ਜਾਏ। ਜਿਸ ਬਖਰ ਕੋ ਲੈਨ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ। ਤਾ ਜਬ ਮਾਨ ਲੇ ਮਨ ਮੋਲ, ਰਾਮ ਨਾਮ ਹਿਰਦੈ ਮੈਂ ਤੋਲ। ਲਾਦ ਖੇਪ ਸੰਤੇ ਸੰਗ ਚਾਲ, ਅਵਰ ਤਿਆਗ ਬਖਿਆ ਜੰਜਾਲ। ਧਨ ਧਨ ਕਹੇ ਸਭ ਕੋਏ, ਮੁਖ ਉਜਲ ਹਰ ਤਰ ਗੇ ਸੋਏ। ਇਹ ਵਾਪਾਰ ਵਿਰਲਾ ਵਪਾਰੇ, ਨਾਨਕ ਤਾਕੇ ਸਦ ਬਲਹਾਰੇ। ਚਰਨ ਸਾਧ ਕੇ ਧੋਇ ਧੋ ਪੀਓ, ਅਰਬ ਸਾਧ ਕੋ ਆਪਣਾ ਜੀਓ। ਸਾਧ ਕੀ ਧੂਰ ਕਰੋ ਇਸਨਾਨ, ਸਾਧ ਉਪਰ ਜਾਈਏ ਕੁਰਬਾਨ। ਸਾਧ ਸੇਵਾ ਵਡਭਾਗੀ ਪਾਈਏ, ਸਾਧ ਸੰਗ ਹਰ ਕੀਰਤਨ ਗਾਈਏ। ਅਨੇਕ ਬਗਨ ਤੇ ਬਿਗਨ ਤੇ ਸਾਧੂ ਰਾਖੇ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੇ। ਓਟ ਗਈ ਸੰਤਨ ਸੰਤੇ ਦਰ ਆਇਆ, ਸਰਬ ਸੁਖ ਨਾਨਕ ਤੇ ਪਾਇਆ। ਮ੍ਰਿਤਕ ਕਿਉ ਜਵਾਲਨ ਹਾਰ, ਭੂਖੇ ਕੋ ਦੇਵਤ ਆਧਾਰ। ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮੈਂ, ਪੂਰਬ ਲਿਖੇ ਕਲੈਣਾ ਪਾਏ। ਸਭ ਕੁਛ ਤਿਸ ਕਾ ਕਰਨੇ ਜੋਗ, ਤਿਸ ਬਿੰਦੂ ਸਰ ਹੋਆ ਨ ਹੋਗ। ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਮਲ ਏ ਕਰਨੀ। ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ। ਜਾ ਕੇ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੇ ਹਰ ਪ੍ਰਭ ਚੀਤ। ਭਗਤ ਭਗਤ ਸੁਣੀਏ ਤੈ ਲੋਏ, ਜਾ ਕੇ ਹਿਰਦੇ ਏਕੋ ਹੋਏ। ਸਚ ਕਰਨੀ ਸਚ ਤਾ ਕੀ ਰਹਿਤ, ਸਚ ਹਿਰਦੇ ਸਤ ਮੁਖ ਕਹਿਤ। ਸਾਚੀ ਦ੍ਰਿਸ਼ ਸਾਚਾ ਆਕਾਰ, ਸਚ ਵਰਤੇ ਸਾਚਾ ਪਸਾਰ। ਪਾਰ ਬ੍ਰਹਮ ਸਚ ਕਰ ਜਾਤਾ, ਨਾਨਕ ਸੋ ਜਨ ਸਚ ਸਮਾਤਾ। ਸਾਚੀ ਦ੍ਰਿਸ਼ ਸਾਚਾ ਆਕਾਰ, ਸਚ ਵਰਤੇ ਸਾਚਾ ਪਸਾਰ। ਪਾਰ ਬ੍ਰਹਮ ਜਿਨ ਸਚ ਕਰ ਜਾਤਾ, ਨਾਨਕ ਸੋ ਜਨ ਸਚ ਸਮਾਤਾ। ਇਸ ਸਲੋਕ ਵਿੱਚ ਗੁਰੂ ਜੀ ਸਾਨੂੰ ਕਹਿੰਦੇ ਹਨ ਕਿ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣਨਹਾਰ, ਜਾ ਕੇ ਸਿਮਰਨ ਉਦਰੀਏ ਨਾਨਕ ਤਿਸ ਬਲਹਾਰ। ਸਰਬ ਕਲਾ ਭਰਪੂਰ ਭਾਵ ਪਰਮੇਸ਼ਰ ਸਰਬ ਕਲਾ ਭਰਪੂਰ ਹੈ, ਭਾਵ ਪਰਮੇਸ਼ਰ ਸਾਰੀਆਂ ਸ਼ਕਤੀਆਂ ਨਾਲ ਸਹਿਤ ਪਰਿਪੂਰਨ ਹੈ ਜੀ। ਅਤੇ ਸਭ ਦੀ ਬਿਰਥਾ ਭਾਵ ਸਭ ਦੀ ਹਾਲਤ ਜਾਂ ਪੀੜ ਨੂੰ ਜਾਣਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਨ੍ਹਾਂ ਦੇ
ਸਿਮਰਨ ਨਾਲ, ਜਿਸ ਦੇ ਸਿਮਰਨ ਨਾਲ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਵਿਸ਼ੇ ਵਿਕਾਰਾਂ ਦੇ ਪ੍ਰਭਾਵ ਤੋਂ ਬਚ ਜਾਈਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਸ ਪਰਮੇਸ਼ਰ ਤੋਂ ਮੈਂ ਬਲਿਹਾਰ ਜਾਂਦਾ ਹਾਂ ਜੀ, ਜਿਸ ਦੇ ਗੁਰਸ਼ਬਦ ਗੁਰਬਾਣੀ ਨਾਮ ਨੂੰ ਸਿਮਰ ਕੇ ਪਰਮੇਸ਼ਰ ਨਾਲ ਲਿਵ ਲਗਾ ਕੇ ਤੇ ਫਿਰ ਗੁਰੂ ਦੀ ਕਿਰਪਾ ਦੇ ਪਾਤਰ ਬਣਨਾ ਹੈ ਜੀ, ਅਤੇ ਜਿਸ ਨਾਲ ਸਾਰੇ ਵਿਸ਼ੇ ਵਿਕਾਰਾਂ ਤੋਂ ਬਚ ਜਾਈਦਾ ਹੈ ਜੀ। ਤ੍ਰਿਸ਼ਨਾਵਾਂ ਖਤਮ ਹੋ ਜਾਂਦੀਆਂ ਹਨ ਜੀ। ਅਸ਼ਟਪਦੀ ਵਿੱਚ ਗੁਰੂ ਜੀ ਕਹਿੰਦੇ ਹਨ, ਜਿਸ ਤਰ੍ਹਾਂ ਇਸ ਪੰਕਤੀ 'ਚ ਗੁਰੂ ਜੀ ਕਹਿੰਦੇ ਹਨ, ਟੂਟੀ ਗਾਂਡਨ ਹਾਰ ਗੋਪਾਲ, ਭਾਵ ਪ੍ਰਿਥਵੀ ਇੰਦਰੀਆਂ ਵੇਦਾਂ ਦੀ ਪਾਲਣ ਵਾਲਾ ਪਰਮੇਸ਼ਰ ਰੂਪ ਗੋਪਾਲ ਹੈ ਜੀ, ਅਤੇ ਮਨੁੱਖਾਂ ਦੇ ਦਿਲ ਦੀ ਟੁੱਟੀ ਹੋਈ ਅਵਸਥਾ, ਭਾਵ ਆਤਮਾ ਨੂੰ ਆਪਣੇ ਨਾਲ ਗੰਢਣ ਵਾਲਾ ਹੈ ਜੀ, ਆਪਣੇ ਨਾਲ ਲਾਉਣ ਵਾਲਾ ਹੈ ਜੀ, ਅਤੇ ਉਹ ਆਪ ਹੀ ਸਾਰਿਆਂ ਜੀਵਾਂ ਦੀ ਪਾਲਣਾ ਕਰਨ ਵਾਲਾ ਹੈ ਜੀ। ਫਿਰ ਗੁਰੂ ਜੀ ਕਹਿੰਦੇ, ਜਿਸ ਦੇ ਮਨ ਵਿੱਚ ਸਾਰੇ ਜੀਵਾਂ ਦੀ ਚਿੰਤਾ ਹੈ ਜੀ, ਉਸ ਤੋਂ ਕੋਈ ਵੀ ਜੀਵ ਖਾਲੀ ਨਹੀਂ ਰਹਿੰਦਾ ਜੀ, ਉਸ ਦੀ ਮਿਹਰ ਸਾਰਿਆਂ 'ਤੇ ਹੋ ਰਹੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਮੇਰੇ ਮਨ, ਤੂੰ ਸਦਾ ਪਰਮੇਸ਼ਰ ਹਰ ਦਾ ਗੁਰਸ਼ਬਦ ਗੁਰਬਾਣੀ ਨਾਮ ਦਾ ਸਿਮਰਨ ਕਰੋ ਜੀ। ਉਹ ਅਵਿਨਾਸੀ ਪਰਮੇਸ਼ਰ ਸਭ ਕੁਝ ਆਪੇ ਹੀ ਆਪ ਹੈ ਜੀ, ਅਤੇ ਆਪ ਹੀ ਸਭ ਜੀਵਾਂ ਦੀ ਰਾਖਿਆ ਕਰਨ ਵਾਲਾ ਹੈ ਜੀ। ਮਨੁੱਖ ਦੇ ਆਪਣੇ ਕੀਤਿਆਂ ਕੁਝ ਨਹੀਂ ਹੁੰਦਾ ਜੀ। ਜੇ ਕੋਈ ਪ੍ਰਾਣੀ ਭਾਵੇਂ 100 ਵਾਰ ਇੱਛਾ ਕਰ ਲੈ, ਉਸ ਪਰਮੇਸ਼ਰ ਦੀ ਰਜ਼ਾ ਔਰ ਸਹਾਇਤਾ ਤੋਂ ਬਿਨਾਂ, ਇੱਛਾ ਤੋਂ ਬਿਨਾਂ ਆਪਣੇ ਆਪ ਕੁਝ ਵੀ ਨਹੀਂ ਕੀਤਾ ਜਾ ਸਕਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇੱਕ ਪਰਮੇਸ਼ਰ ਹਰ ਦਾ ਗੁਰਸ਼ਬਦ ਗੁਰਬਾਣੀ ਨਾਮ ਜਪਣ ਨਾਲ ਹੀ ਸਦਗਤ ਹੁੰਦੀ ਹੈ ਜੀ, ਭਾਵ ਵਿਕਾਰਾਂ ਦਾ ਖਾਤਮਾ ਹੁੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਰੂਪਵਾਨ ਸੁੰਦਰ ਰੂਪ ਹੋਣ ਦੇ ਬਾਵਜੂਦ ਵੀ ਕੋਈ ਮਨੁੱਖ ਉਸ ਨੂੰ ਨਹੀਂ ਮੋਹ ਸਕਦਾ ਜੀ, ਕਿਉਂਕਿ ਪਰਮੇਸ਼ਰ ਦੀ ਜੋਤ ਸਾਰਿਆਂ ਸਰੀਰਾਂ, ਸਾਰਿਆਂ ਹਿਰਦਿਆਂ ਵਿੱਚ ਸ਼ੋਭ ਰਹੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਦ ਧਨਵਾਨ ਹੋ ਕੇ ਵੀ ਕੋਈ ਕੀ ਹੰਕਾਰ ਕਰੇਗਾ ਜੀ, ਜਦ ਕਿ ਉਸ ਸਭ ਧਨ ਦਾ ਉਸ ਨੂੰ ਪਰਮੇਸ਼ਰ ਨੇ ਬਖਸ਼ਿਆ ਹੋਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜੇ ਕੋਈ ਆਪਣੇ ਆਪ ਨੂੰ ਮਹਾਨ ਸੂਰਬਾ, ਬੜਾ ਬਲਵਾਨ ਦੱਸੇ, ਪਰ ਪਰਮੇਸ਼ਰ ਦੀ ਕਲਾ ਦੀ ਸ਼ਕਤੀ ਤੋਂ ਬਿਨਾਂ ਕਿੱਥੋਂ ਤੱਕ ਦੌੜ ਸਕਦਾ ਹੈ ਜੀ, ਬਲਵਾਨ ਕਿੱਥੇ ਤੱਕ ਨਿਭਾਏਗਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜੇ ਕੋਈ ਆਪਣੇ ਆਪ ਨੂੰ ਬਹੁਤਾ ਦਾਤਾਂ ਦੇਣ ਵਾਲਾ ਬਣੇ, ਉਸ ਮੂਰਖ ਨੂੰ ਚਾਹੀਦਾ ਹੈ ਜੀ ਕਿ ਉਸ ਦੇਣ ਵਾਲੇ ਸਾਰੀਆਂ ਦਾਤਾਂ ਜੋ ਉਸ ਨੂੰ ਦਿੱਤੀਆਂ ਹਨ, ਉਸ ਦੇਣ ਵਾਲੇ ਪਰਮੇਸ਼ਰ ਨੂੰ ਪਛਾਣੇ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਸ ਗੁਰਮੁਖ ਦਾ ਗੁਰਸ਼ਬਦ ਗੁਰਬਾਣੀ ਨਾਮ ਧਾਰ ਕੇ ਅਤੇ ਪਰਮੇਸ਼ਰ ਨਾਲ ਲਿਵ ਜੁੜਦੀ ਹੈ ਜੀ, ਫਿਰ ਪਰਮੇਸ਼ਰ ਦੀ ਕਿਰਪਾ ਨਾਲ ਉਸਦੇ ਹਉਮੈ ਦਾ ਰੋਗ ਖਤਮ ਹੋ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਉਹ ਗੁਰਮੁਖ ਸਾਧਕ ਸਦਾ ਅਰੋਗ ਤੰਦਰੁਸਤ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਉ ਮੰਦਰ ਕੋ ਥਾਮੇ ਥਾਮਨ, ਭਾਵ ਜਿਸ ਤਰ੍ਹਾਂ ਮੰਦਰ ਦੀ ਛੱਤ ਜਾਂ ਘਰ ਦੀ ਛੱਤ ਜਾਂ ਕੋਈ ਵੀ ਛੱਤਾਂ ਨੂੰ ਸਹਾਰੇ ਵਾਸਤੇ ਥੰਮੇ ਲਾਈਦੇ ਹਨ ਜੀ, ਅਤੇ ਥੰਮਾ ਸਹਾਰਾ ਦਿੰਦਾ ਹੈ ਉਸ ਛੱਤ ਨੂੰ। ਗੁਰੂ ਜੀ ਕਹਿੰਦੇ ਹਨ, ਇਸੇ ਤਰ੍ਹਾਂ ਗੁਰੂ ਦਾ ਸ਼ਬਦ, ਗੁਰਸ਼ਬਦ ਗੁਰਬਾਣੀ ਨਾਮ ਸ਼ਬਦ ਮਨ ਨੂੰ ਰੋਕ ਕੇ, ਭਾਵ ਮਨ ਨੂੰ ਵਿਕਾਰਾਂ ਤੋਂ ਰੋਕ ਕੇ
ਸਥਿਤ ਭਾਵ ਥੰਮਦਾ ਹੈ ਜੀ, ਭਾਵ ਰੋਕਦਾ ਹੈ ਜੀ, ਥੰਮਾ ਦਿੰਦਾ ਹੈ ਜੀ, ਆਸਰਾ ਦਿੰਦਾ ਹੈ ਜੀ, ਭਾਵ ਸਥਿਰਤਾ ਪ੍ਰਦਾਨ ਕਰਦਾ ਹੈ ਜੀ ਕਿ ਮਨ ਟਿਕ ਜਾਵੇ ਜੀ। ਜਿਵੇਂ ਪੱਥਰ ਕਿਸ਼ਤੀ ਵਿੱਚ ਚੜ੍ਹ ਕੇ ਪਾਣੀ ਵਿੱਚੋਂ ਤਰ ਜਾਂਦੇ ਹਨ ਜੀ, ਇਸੇ ਤਰ੍ਹਾਂ ਪ੍ਰਾਣੀ ਗੁਰਮੁਖ ਗੁਰੂ ਦੇ ਚਰਨਾਂ ਭਾਵ ਗੁਰਸ਼ਬਦ ਗੁਰਬਾਣੀ ਨਾਮ ਨਾਲ ਲੱਗ ਕੇ ਇਸ ਜਗਤ ਸੰਸਾਰ ਤੋਂ ਪਾਰ ਹੋ ਜਾਂਦੇ ਹਨ ਜੀ। ਜਿਵੇਂ ਹਨੇਰੇ ਵਿੱਚ ਦੀਪਕ ਚਾਨਣ ਦਿੰਦਾ ਹੈ ਜੀ, ਇਸੇ ਤਰ੍ਹਾਂ ਗੁਰਸ਼ਬਦ ਗੁਰਬਾਣੀ ਨਾਮ ਰੂਪ ਗੁਰੂ ਦਾ ਦਰਸ਼ਨ ਕਰਕੇ ਮਨ ਵਿਕਾਸ ਭਾਵ ਆਨੰਦਮਈ ਹੋ ਜਾਂਦਾ ਹੈ ਜੀ। ਜਿਵੇਂ ਵੱਡੇ ਜੰਗਲ ਵਿੱਚ ਰਾਹੋਂ ਭਟਕਿਆ ਵਿਅਕਤੀ ਕਿਸੇ ਦੀ ਸਹਾਇਤਾ ਨਾਲ ਸਹੀ ਮਾਰਗ ਵਿੱਚ ਪੈ ਜਾਂਦਾ ਹੈ ਜੀ, ਗੁਰੂ ਜੀ ਕਹਿੰਦੇ ਹਨ ਇਸੇ ਤਰ੍ਹਾਂ ਗੁਰਸ਼ਬਦ ਗੁਰਬਾਣੀ ਨਾਮ ਨੂੰ ਧਾਰ ਕੇ ਸਾਧ ਸੰਗਤ ਦਾ ਸਾਥ ਕਰਕੇ ਤੇ ਪਰਮੇਸ਼ਰ ਦੇ ਗੁਣ ਗਾਉਣ ਨਾਲ ਮਨੁੱਖ ਦੇ ਹਿਰਦੇ ਵਿੱਚ ਬ੍ਰਹਮ ਜੋਤ ਦਾ ਪ੍ਰਗਟਾਵਾ ਹੋ ਜਾਂਦਾ ਹੈ ਜੀ, ਭਾਵ ਪਰਮੇਸ਼ਰ ਨਾਲ ਲਿਵ ਲੱਗ ਜਾਂਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹਨਾਂ ਗੁਰਮੁਖ ਸੰਤਾਂ ਦੇ ਚਰਨਾਂ ਦੀ ਧੂੜ ਦੀ ਮੈਂ ਇੱਛਾ ਕਰਦਾ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹੇ ਪਰਮੇਸ਼ਰ ਮੇਰੀ ਇਹ ਇੱਛਾ ਅਭਿਲਾਸ਼ਾ ਪੂਰੀ ਕਰ ਦਿਓ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹੇ ਮੂਰਖ ਮਨ ਤੂੰ ਕਿਸ ਲਈ ਵਿਰਲਾਪਦਾ ਹੈ, ਭਾਵ ਕਿਉਂ ਰੋਂਦਾ ਹੈ ਜੀ, ਜਦ ਕਿ ਪਿਛਲੇ ਜਨਮਾਂ ਦੇ ਕਰਮਾਂ ਦੇ ਲਿਖੇ ਲੇਖੇ ਅਨੁਸਾਰ ਹੀ ਸਾਨੂੰ ਫਲ ਮਿਲਦਾ ਹੈ ਜੀ। ਦੁੱਖ ਅਤੇ ਸੁੱਖ ਕਰਮਾਂ ਅਨੁਸਾਰ ਪਰਮੇਸ਼ਰ ਖੁਦ ਦੇਣ ਵਾਲਾ ਹੈ ਜੀ। ਇਸ ਲਈ ਤੂੰ ਹੋਰ ਸਭ ਆਸਰੇ ਛੱਡ ਕੇ ਉਸ ਪਰਮੇਸ਼ਰ ਨੂੰ ਚੇਤੇ ਕਰੋ ਜੀ। ਜੋ ਪਰਮੇਸ਼ਰ ਕਰਦਾ ਹੈ ਜੀ ਉਸ ਵਿੱਚ ਸੁੱਖ ਮਨਾਓ ਜੀ। ਹੇ ਅਗਿਆਤ ਮੂਰਖ ਮਨੁੱਖ ਤੂੰ ਕਿਉਂ ਭੁੱਲਿਆ ਫਿਰਦਾ ਹੈ ਜੀ। ਹੇ ਲੋਭੀ ਸਰੀਰ ਰੂਪ ਤੰਗੇ ਪੈਦਾ ਹੋਣ ਵੇਲੇ ਕਿਹੜੀ ਵਸਤੂ ਤੇਰੇ ਨਾਲ ਆਈ ਸੀ, ਜਿਸ ਦੇ ਰਸਾਂ ਸਵਾਦ ਵਿੱਚ ਤੂੰ ਫਸ ਗਿਆ ਹੈ। ਫਿਰ ਗੁਰੂ ਜੀ ਕਹਿੰਦੇ ਹਨ ਹੇ ਮਨੁੱਖ ਤੂੰ ਪਰਮੇਸ਼ਰ ਰੂਪ ਰਾਮ ਦਾ ਗੁਰਸ਼ਬਦ ਗੁਰਬਾਣੀ ਨਾਮ ਹਿਰਦੇ ਵਿੱਚ ਜਪੋ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਹਾ ਕਰਨ ਨਾਲ ਤੂੰ ਇੱਜ਼ਤ ਭਾਵ ਪ੍ਰਤਿਸ਼ਠਾ ਸਹਿਤ ਆਪਣੇ ਵਾਸਤਵਿਕ ਘਰ ਵਿੱਚ ਜਾਵੇਗਾ ਜੀ, ਭਾਵ ਆਪਣਾ ਅਸਲੀ ਆਪਣੇ ਮੂਲ ਨੂੰ ਪਛਾਣ ਲਏਗਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਸ ਵਖਰ ਕੋ ਲੈਣ ਤੂੰ ਆਇਆ, ਭਾਵ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਰਾਮ ਦੇ ਗੁਰਸ਼ਬਦ ਗੁਰਬਾਣੀ ਨਾਮ ਰੂਪ ਜਿਸ ਸੌਦੇ ਨੂੰ ਤੂੰ ਲੈਣ ਲਈ ਸੰਸਾਰ ਵਿੱਚ ਆਇਆ ਹੈ ਜੀ, ਉਹ ਤੇਰੇ ਹਿਰਦੇ ਵਿੱਚ ਹੀ ਪਿਆ ਹੋਇਆ ਹੈ ਜੀ। ਲੋੜ ਹੈ ਤਾਂ ਉਸ ਪਰਮੇਸ਼ਰ ਨੂੰ ਰਾਮ ਨੂੰ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਉਸ ਪਰਮੇਸ਼ਰ ਨੂੰ ਮਿਲ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਰੂਪ ਰਾਮ ਸੰਤਾਂ ਦੇ ਘਰ ਵਿੱਚ ਮਿਲਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹੰਕਾਰ ਨੂੰ ਛੱਡ ਕੇ ਉਸ ਸੌਦੇ ਨੂੰ ਭਾਵ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਮਨ ਦਾ ਮੁੱਲ ਭਾਵ ਆਪਣੇ ਮਨ ਨੂੰ ਛੱਡ ਕੇ ਮਨ ਨੂੰ ਟਿਕਾ ਤੇ ਮਨ ਦੁਆਰਾ ਉਸ ਨੂੰ ਖਰੀਦ ਲੈ, ਭਾਵ ਆਪਣਾ ਮਨ ਤਨ ਗੁਰਸ਼ਬਦ ਗੁਰਬਾਣੀ ਨਾਮ ਤੋਂ ਅੰਦਰ ਧਾਰ ਕੇ ਉਸ ਪਰਮੇਸ਼ਰ ਅੱਗੇ ਅਰਪਿਤ ਕਰ ਦਿਓ ਜੀ। ਤੇ ਇਸ ਤਰ੍ਹਾਂ ਦਾ ਸੌਦਾ ਫਿਰ ਸੰਤਾਂ ਦਾ ਸੰਗ ਕਰਨਾ ਹੈ ਜੀ, ਇਸ ਤਰ੍ਹਾਂ ਦਾ ਸੌਦਾ ਖਰੀਦਣਾ ਹੈ ਜੀ। ਤੇ ਉਹ ਫਿਰ ਉਸ ਤਰ੍ਹਾਂ ਦੇ ਸੌਦੇ ਨੂੰ ਤਾਰ ਕੇ ਖਰੀਦ ਲਵੋ ਜੀ। ਪਰਮੇਸ਼ਰ ਰੂਪ ਰਾਮ ਦੇ ਗੁਰਸ਼ਬਦ ਗੁਰਬਾਣੀ ਨਾਮ ਨੂੰ ਹਿਰਦੇ ਦੀ ਤੱਕੜੀ ਦੁਆਰਾ ਤੋਲੋ ਜੀ।
ਇਸ ਗੁਰਸ਼ਬਦ ਗੁਰਬਾਣੀ ਨਾਮ ਨੂੰ ਸਰੂਪ ਸਾਦੇ ਨੂੰ ਲੱਦ ਕੇ ਤੂੰ ਸੰਤਾਂ ਦੇ ਸੰਗ ਵਿੱਚ ਚੱਲ ਅਤੇ ਹੋਰ ਸਾਰੇ ਮਾਇਆਵੀ ਜੰਜਾਲ ਛੱਡ ਦੇ ਜੀ। ਅਜਿਹਾ ਕਰਨ ਨਾਲ ਹੋਰ ਕੋਈ ਤੈਨੂੰ, ਹਰ ਕੋਈ ਤੈਨੂੰ, ਸਾਰੇ ਤੈਨੂੰ ਧੰਨ ਧੰਨ ਕਹਿਣਗੇ ਜੀ। ਉਸ ਪਰਮੇਸ਼ਰ ਹਰ ਦੀ ਦਰਗਾਹ ਵਿੱਚ ਵੀ ਤੇਰਾ ਮੁਖ ਉਜਲਾ ਭਾਵ ਆਦਰ ਮਾਣ ਹੋਵੇਗਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਸ ਪ੍ਰਕਾਰ ਭਾਵ ਗੁਰਸ਼ਬਦ ਗੁਰਬਾਣੀ ਨਾਮ ਦਾ ਸੌਦਾ ਵਪਾਰ ਕੋਈ ਵਿਰਲਾ ਵਪਾਰੀ ਹੀ ਕਰਦਾ ਹੈ ਜੀ, ਕੋਈ ਵਿਰਲੇ ਗੁਰਮੁਖ ਹੀ ਕਰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਇਸ ਤਰ੍ਹਾਂ ਦੇ ਗੁਰਮੁਖ ਸਾਧਕ ਤੋਂ ਮੈਂ ਸਦਾ ਬਲਹਾਰ ਜਾਂਦਾ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਜਗਿਆਸੂ, ਤੂੰ ਜਿਹਾ ਸਾਧੂ ਦਾ ਸੰਗ ਰੂਪ ਗੁਰਸ਼ਬਦ ਗੁਰਬਾਣੀ ਨਾਮ ਰੂਪ ਸਾਧ ਦੇ ਚਰਨਾਂ ਨੂੰ ਅਪਣਾਓ ਜੀ ਅਤੇ ਉਹਨਾਂ ਦੇ ਸਾਥ ਦੇ ਚਰਨਾਂ ਨੂੰ ਧੋ ਧੋ ਕੇ ਪੀਓ ਜੀ ਅਤੇ ਸਾਧ ਨੂੰ ਆਪਣੀ ਜਿੰਦ ਭਾਵ ਆਪਣਾ ਆਪ ਅਰਪਿਤ ਕਰ ਦਿਓ ਜੀ। ਭਾਵ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਮਾਇਆਵੀ ਵਿਕਾਰ ਖਤਮ ਕਰਕੇ, ਤ੍ਰਿਸ਼ਨਾ ਖਤਮ ਕਰਕੇ ਪਰਮੇਸ਼ਰ ਨਾਲ ਲਿਵ ਲਗਾਓ ਜੀ, ਜੋ ਕਿ ਤੁਹਾਡੇ ਅੰਦਰ ਹੀ ਹੈ ਜੀ, ਅਤੇ ਆਪਣਾ ਆਪ ਪਰਮੇਸ਼ਰ ਅੱਗੇ ਅਰਪਿਤ ਕਰ ਦਿਓ ਔਰ ਬੇਨਤੀ ਕਰੋ ਕਿ ਪਰਮੇਸ਼ਰ ਆਪਣੀ ਕਿਰਪਾ ਤੇ ਮਿਹਰ ਕਰਕੇ ਸਾਨੂੰ ਆਪਣੇ ਨਾਲ ਜੋੜ ਲਵੇ ਜੀ। ਫਿਰ ਗੁਰੂ ਜੀ ਕਹਿੰਦੇ ਸਾਧ ਦੀ ਰਹਿਤ ਸੰਗਤ ਚਰਨ ਧੂੜ ਰੂਪ ਵਿੱਚ ਇਸ਼ਨਾਨ ਕਰੋ ਜੀ। ਅਜਿਹਾ ਕਰਨ ਨਾਲ ਤੁਸੀਂ ਹਮੇਸ਼ਾ ਤੁਹਾਨੂੰ ਉਸ ਦਾ ਫਲ ਜ਼ਰੂਰ ਮਿਲੇਗਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰਸ਼ਬਦ ਗੁਰਬਾਣੀ ਨਾਮ ਅਤੇ ਸਾਧ ਦੀ ਸੇਵਾ ਵੱਡਿਆਂ ਭਾਗਾਂ ਨਾਲ ਪ੍ਰਾਪਤ ਹੁੰਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜੋ ਗੁਰਮੁਖ ਗੁਰਸ਼ਬਦ ਗੁਰਬਾਣੀ ਨਾਮ ਧਾਰ ਕੇ ਸਾਧ ਸੰਗਤ ਵਿੱਚ ਪਰਮੇਸ਼ਰ ਹਰ ਦਾ ਕੀਰਤਨ ਗਾਉਂਦੇ ਹਨ ਜੀ, ਫਿਰ ਗੁਰੂ ਜੀ ਕਹਿੰਦੇ ਹਨ, ਜੀਵਨ ਵਿੱਚ ਅਨੇਕ ਵਿਘਨਾਂ ਤੋਂ ਉਹ ਸਾਧੂ ਦਾ ਸੰਗ ਬਚਾ ਕੇ ਰੱਖਦੇ ਹਨ ਜੀ। ਭਾਵ ਉਹ ਸਾਧੂ ਉਹਨਾਂ ਦੀ ਫਿਰ ਰੱਖਦਾ ਕਰਦੇ ਹਨ। ਸਾਧੂ ਕੌਣ ਹੈ ਜੀ? ਸਾਧਨਾ ਹੈ ਆਪਣੇ ਮਨ ਨੂੰ, ਹਿਰਦੇ ਨੂੰ। ਉਹ ਫਿਰ ਜੇ ਉਹ ਪੱਕ ਹਿਰਦਾ ਅਤੇ ਮਨ ਗੁਰਸ਼ਬਦ ਗੁਰਬਾਣੀ ਨਾਮ ਨਾਲ ਸਾਧਿਆ ਜਾਵੇ ਜੀ, ਤਾਂ ਫਿਰ ਉਹ ਗੁਰਸ਼ਬਦ ਗੁਰਬਾਣੀ ਨਾਮ ਹਰ ਜਗ੍ਹਾ, ਹਰ ਜੀਵਨ ਵਿੱਚ ਵਿਘਨਾਂ ਵਿਕਾਰਾਂ ਤੋਂ ਬਚਾ ਕੇ ਰੱਖਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜੋ ਗੁਰਮੁਖ ਗੁਰਸ਼ਬਦ ਗੁਰਬਾਣੀ ਨਾਮ ਧਾਰ ਕੇ ਅਤੇ ਸਾਧੂ ਦੇ ਸੰਗ ਨਾਲ ਪਰਮੇਸ਼ਰ ਹਰ ਦੇ ਗੁਣਾਂ ਦਾ ਗਾਇਨ ਕਰਦੇ ਹਨ ਜੀ, ਫਿਰ ਗੁਰੂ ਜੀ ਕਹਿੰਦੇ ਹਨ, ਉਹ ਗੁਰਮੁਖ ਗੁਰਸ਼ਬਦ ਗੁਰਬਾਣੀ ਨਾਮ ਰੂਪ ਅੰਮ੍ਰਿਤ ਰਸ ਚੱਖ ਲੈਂਦੇ ਹਨ ਜੀ। ਉਹ ਹੀ ਅੰਮ੍ਰਿਤ ਹੈ ਜੀ, ਜੋ ਗੁਰਸ਼ਬਦ ਗੁਰਬਾਣੀ ਨਾਮ ਅਤੇ ਤੇ ਸੰਤਾਂ ਦੀ ਓਟ ਪਕੜ ਕੇ ਲੈ ਕੇ ਉਹਨਾਂ ਦੇ ਦਰ ਆਉਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਹ ਮਾਨੋ ਸਾਰੇ ਸੁੱਖ, ਆਤਮਿਕ ਸੁੱਖ ਪ੍ਰਾਪਤ ਕਰ ਲੈਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਮਰੇ ਹੋਏ ਜੀਵਨ ਨੂੰ ਦਾਨ ਦੇਣ ਵਾਲੇ ਹਨ ਜੀ, ਅਤੇ ਭੁੱਖੇ ਨੂੰ ਭੋਜਨ ਦਾ ਆਧਾਰ ਪ੍ਰਦਾਨ ਕਰਦੇ ਹਨ ਜੀ, ਅਤੇ ਉਸ ਪਰਮੇਸ਼ਰ ਦੀ ਦ੍ਰਿਸ਼ਟੀ ਵਿੱਚ ਸਾਰੇ ਖਜ਼ਾਨੇ ਹਨ ਜੀ। ਸਾਰਾ ਕੁਝ ਉਸ ਦੇ ਘਰ ਹੈ ਜੀ, ਪਰ ਮਨੁੱਖ ਪੂਰਬਲੇ ਕਰਮਾਂ ਦੇ ਆਧਾਰ 'ਤੇ ਗੁਰਸ਼ਬਦ ਗੁਰਬਾਣੀ ਨਾਮ ਦਾ ਫਲ ਪ੍ਰਾਪਤ ਕਰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ, ਸਭ ਕੁਝ ਉਸ ਪਰਮੇਸ਼ਰ ਦਾ ਹੀ ਹੈ ਜੀ, ਉਹੀ ਸਭ ਕੁਝ ਕਰਨ ਤੇ ਕਰਾਉਣ ਦੇ ਯੋਗ ਹੈ ਜੀ। ਉਸ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਸਮਰੱਥਾ ਨਾ ਹੋਈ ਹੈ, ਨਾ ਹੋ ਰਿਹਾ ਹੈ ਅਤੇ ਨਾ ਹੀ ਹੋਵੇਗਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਗੁਰਮੁਖ ਸਾਧਕ, ਗੁਰਸ਼ਬਦ ਗੁਰਬਾਣੀ ਨਾਮ ਦੁਆਰਾ
ਅਤੇ ਸਾਧ ਦੇ ਸੰਗ ਨਾਲ ਉਸ ਪਰਮੇਸ਼ਰ ਨੂੰ ਹਮੇਸ਼ਾ ਹਰ ਵੇਲੇ ਦਿਨ ਰਾਤ ਜਪਦੇ ਰਹੋ ਜੀ, ਕਿਉਂਕਿ ਇਹ ਕਰਨੀ ਸਭ ਤੋਂ ਸ਼੍ਰੇਸ਼ਟ ਅਤੇ ਅਤ ਨਿਰਮਲ ਪਵਿੱਤਰ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਆਪਣੀ ਕਿਰਪਾ ਕਰਕੇ ਜਿਸ ਨੂੰ ਗੁਰਸ਼ਬਦ ਗੁਰਬਾਣੀ ਨਾਮ ਬਖਸ਼ਦਾ ਹੈ ਜੀ, ਫਿਰ ਗੁਰੂ ਜੀ ਕਹਿੰਦੇ ਹਨ ਕਿ ਉਹ ਗੁਰਮੁਖ ਸਾਧਕ ਨਿਰਮਲ ਹੋ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਸ ਗੁਰਮੁਖ ਦੇ ਮਨ ਵਿੱਚ ਗੁਰਾਂ ਦੀ ਪ੍ਰੀਤ ਭਾਵ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਅਤੇ ਸਾਧ ਸੰਗਤ ਦੇ ਨਾਮ ਦੁਆਰਾ ਪਰਮੇਸ਼ਰ ਨਾਲ ਲਿਵ ਲੱਗ ਜਾਂਦੀ ਹੈ ਜੀ, ਉਸ ਗੁਰਮੁਖ ਨੂੰ ਪਰਮੇਸ਼ਰ ਹਰ ਵੇਲੇ ਯਾਦ ਆਉਂਦਾ ਹੈ ਜੀ, ਚੇਤੇ ਆਉਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਸ ਗੁਰਮੁਖ ਸਾਧਕ ਦੇ ਹਿਰਦੇ ਵਿੱਚ ਇੱਕ ਪਰਮੇਸ਼ਰ ਹੁੰਦਾ ਹੈ ਜੀ, ਉਹ ਤਿੰਨਾਂ ਲੋਕਾਂ ਵਿੱਚ ਭਗਤ ਵਜੋਂ ਗੁਰਮੁਖਾਂ ਵਜੋਂ ਮਹਾਨਤਾ ਪ੍ਰਾਪਤ ਕਰਦਾ ਹੈ ਜੀ, ਕਿਉਂਕਿ ਉਸਦੀ ਕਰਨੀ ਸੱਚੀ ਹੈ ਜੀ, ਉਸਦੇ ਜੀਵਨ ਦੀ ਵਿਧੀ ਸੱਚੀ ਹੈ ਸੀ। ਉਸਦੇ ਹਿਰਦੇ ਵਿੱਚ ਸੱਚ ਰੂਪ ਗੁਰਸ਼ਬਦ ਗੁਰਬਾਣੀ ਨਾਮ ਵਸ ਗਿਆ ਹੁੰਦਾ ਹੈ ਜੀ, ਅਤੇ ਮੁਖ ਤੋਂ ਵੀ ਉਹ ਗੁਰਸ਼ਬਦ ਗੁਰਬਾਣੀ ਨਾਮ ਧਾਰ ਕੇ ਸੱਚ ਹੀ ਬੋਲਦਾ ਹੈ ਜੀ। ਉਸ ਦੀ ਅੰਦਰ ਦੀ ਰਹਿਤ ਦੀ ਅਤੇ ਦ੍ਰਿਸ਼ਟੀ, ਬਾਹਰੋਂ ਦ੍ਰਿਸ਼ਟੀ ਸੱਚੀ ਹੁੰਦੀ ਹੈ ਜੀ, ਅਤੇ ਸਾਰੀ ਸ੍ਰਿਸ਼ਟੀ ਦਾ ਆਕਾਰ ਵੀ ਉਸਨੂੰ ਸੱਚਾ ਦਿਸਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਸ ਲਈ ਇਹ ਸਾਰੀ ਸ੍ਰਿਸ਼ਟੀ ਦਾ ਜਗਤ ਸਾਰਾ ਸੱਚਾ ਹੈ ਜੀ, ਅਤੇ ਉਸ ਵਿੱਚ ਸਤ ਸਰੂਪ ਪਰਮੇਸ਼ਰ ਉਸਨੂੰ ਵਸਦਾ ਦਿਸਦਾ ਹੈ ਜੀ, ਪ੍ਰਤੀਤ ਹੁੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਸ ਗੁਰਮੁਖ ਸਾਧਕ ਨੇ ਪਾਰ ਬ੍ਰਹਮ ਨੂੰ ਸੱਚ ਕਰਕੇ ਜਾਣ ਲਿਆ ਹੈ ਜੀ, ਫਿਰ ਗੁਰੂ ਜੀ ਕਹਿੰਦੇ ਹਨ ਕਿ ਉਹ ਗੁਰਮੁਖ ਸਾਧਕ ਸੱਚ ਵਿੱਚ ਸਮਾ ਗਏ ਹਨ ਜੀ। ਇਸ ਅਸਪੀ ਦਾ ਸਾਰ ਇਸ ਤਰ੍ਹਾਂ ਕਰੀਏ ਜੀ, ਇਸ ਅਸਪੀ ਵਿੱਚ ਗੁਰੂ ਜੀ ਦੀ ਪਰਮੇਸ਼ਰ ਦੀ ਸਰਬ ਸ਼ਕਤੀ ਸੰਪੰਨਤਾ ਨੂੰ ਦਰਸਾ ਕੇ ਉਸਦੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਉੱਤੇ ਬਲ ਦੇ ਰਹੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਸਭ ਦੀ ਪਾਲਣਾ ਕਰਨ ਵਾਲਾ ਹੈ ਜੀ, ਸਭ ਦੀ ਸਹਾਇਤਾ ਅਤੇ ਸਰਪ੍ਰਸਤ ਹੈ ਜੀ। ਦੁੱਖ ਸੁੱਖ ਉਸਦੇ ਹੁਕਮ ਵਿੱਚ ਹੀ ਹੋ ਰਿਹਾ ਜੀ। ਇਸ ਲਈ ਉਸ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਨੂੰ ਧਾਰ ਕੇ ਸਾਧ ਸੰਗਤ ਦੇ ਸਾਥ ਨਾਲ ਪਰਮੇਸ਼ਰ ਨਾਲ ਲਿਵ ਲਗਾਓ ਜੀ, ਅਤੇ ਇਹ ਸੱਚਾ ਸੌਦਾ ਹੈ ਜੀ। ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਗੁਰਸ਼ਬਦ ਗੁਰਬਾਣੀ ਨਾਮ ਦਾ ਵਪਾਰ ਕਰਕੇ ਇਸ ਜਗਤ ਸੰਸਾਰ ਤੋਂ ਜਾਣਾ ਚਾਹੀਦਾ ਹੈ ਜੀ। ਪਰ ਅਜਿਹਾ ਵਪਾਰ, ਇਹ ਸੱਚਾ ਸੌਦਾ ਵਪਾਰ ਕੋਈ ਵਿਰਲਾ ਹੀ ਕਰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ, ਸਾਧ ਦੀ ਸੰਗਤ ਅਤੇ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਵਿੱਚ ਰੁਚੀ ਪੈਦਾ ਹੁੰਦੀ ਹੈ ਜੀ, ਜਿਸ ਨਾਲ ਮਨੁੱਖ ਦਾ ਲੋਕ ਪਰਲੋਕ ਸੁਧਰ ਜਾਂਦਾ ਹੈ ਜੀ। ਇਸ ਲਈ ਪਰਮੇਸ਼ਰ ਹਰ ਦਾ ਗੁਰਸ਼ਬਦ ਗੁਰਬਾਣੀ ਨਾਮ ਦਾ ਸਿਮਰਨ ਸਾਧ ਸੰਗਤ ਵਿੱਚ ਬੈਠ ਕੇ ਕਰਨਾ ਚਾਹੀਦਾ ਹੈ ਜੀ, ਅਤੇ ਬੇਨਤੀ ਤੇ ਅਰਦਾਸ ਕਰਨੀ ਚਾਹੀਦੀ ਹੈ ਜੀ ਕਿ ਪਰਮੇਸ਼ਰ ਆਪਣੀ ਕਿਰਪਾ ਕਰਕੇ ਸਾਨੂੰ ਬਖਸ਼ ਲੈ ਜੀ ਤੇ ਆਪਣੇ ਨਾਲ ਲਗਾ ਲੈ ਜੀ। ਅੱਜ ਦਾ ਵਿੱਚ ਇਸ ਮਾਰਗ ਤੇ ਅਸੀਂ ਚੱਲਣਾ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।